ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਤੁਹਾਨੂੰ ਕੁਝ ਵੋਕੈਬ ਵਰਡਸ ਕਰਾਉਂਗੀ ਜੋ ਕਿ ਤੁਹਾਡੇ ਹੋਮਵਰਕ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੋਣਗੇ। ਠੀਕ ਹੈ ਜੀ, ਉਸ ਦੇ ਰਿਲੇਟਡ ਹੀ ਮੈਂ ਵੋਕੈਬ ਵਰਡ ਕਰਾਉਂਗੀ। ਤੇ ਸਾਡਾ ਅੱਜ ਦਾ ਮੇਨ ਟੌਪਿਕ ਹੈ ਵੀ ਆਪਾਂ ਅਣਜਾਣ ਬੰਦੇ ਨਾਲ ਕਿਵੇਂ ਗੱਲਬਾਤ ਕਰਦੇ ਹਾਂ ਇੰਗਲਿਸ਼ ਵਿੱਚ। ਹਾਊ ਟੂ ਟਾਕ ਵਿਦ ਸਟ੍ਰੇਂਜਰਸ ਇਨ ਇੰਗਲਿਸ਼। ਜਿੱਦਾਂ ਕਿ ਆਪਾਂ ਕਿਸੇ ਨੂੰ ਜਾਣਦੇ ਨਹੀਂ ਹੁੰਦੇ, ਆਪਾਂ ਘਬਰਾਉਂਦੇ ਰਹਿੰਦੇ ਹਾਂ ਵੀ ਇਹਨੂੰ ਬੁਲਾਈਏ ਕਿ ਨਾ ਬੁਲਾਈਏ। ਕੋਈ ਇੰਗਲਿਸ਼ ਦੇ ਵਿੱਚ ਗੱਲ ਕਰ ਰਿਹਾ ਹੁੰਦਾ, ਆਪਾਂ ਪਿੱਛੇ ਹੀ ਹਟਦੇ ਰਹਿੰਦੇ ਹਾਂ, ਆਪਣੇ ਗਲੇ ਤੱਕ ਇੱਥੇ ਤੱਕ ਗੱਲ ਆ ਜਾਂਦੀ ਵੀ ਚੱਲ ਹੁਣ ਮੈਂ ਬੁਲਾ ਲੈਣਾ, ਹਾਏ ਹੈਲੋ ਕਰ ਲੈਣਾ, ਪਰ ਫਿਰ ਆਪਾਂ ਪਿੱਛੇ ਹਟ ਜਾਂਦੇ ਹਾਂ। ਸੋ ਅੱਜ ਦਾ ਲੈਕਚਰ ਦੇਖ ਕੇ ਤੁਹਾਨੂੰ ਇੱਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਪਹਿਲਾਂ ਲਿਖਣੇ ਹੋਏ ਵੋਕੈਬ ਵਰਡਸ ਜੋ ਕਿ ਅੱਜ ਤੁਹਾਡੇ ਹੋਮਵਰਕ ਦੇ ਰਿਲੇਟਡ ਨੇ। ਤੁਹਾਨੂੰ ਇੱਕ ਅੱਜ ਮੈਂ ਪੈਸੇਜ ਦਊਂਗੀ, ਪੈਰਾਗ੍ਰਾਫ ਹੈ ਜੋ ਕਿ ਤੁਸੀਂ ਪੰਜਾਬੀ ਟੂ ਇੰਗਲਿਸ਼ 'ਚ ਕਨਵਰਟ ਕਰਨਾ। ਠੀਕ ਹੈ ਜੀ, ਉਸ 'ਚ ਕੁਛ ਵਰਡ ਨੇ ਜਿਵੇਂ ਕਿ ਇਤਿਹਾਸਿਕ, ਧਾਰਮਿਕ ਜਗ੍ਹਾ ਨੂੰ ਆਪਾਂ ਕੀ ਕਹਿੰਦੇ ਹਾਂ। ਹਿਸਟੋਰੀਕਲ ਪਲੇਸ ਹੁੰਦੀ ਹੈ ਆਪਣੀ, ਹਿਸਟੋਰੀਕਲ ਹੁੰਦੀ ਹੈ ਇਤਿਹਾਸਿਕ ਜਗ੍ਹਾ, ਤੇ ਰਿਲੀਜੀਅਸ ਪਲੇਸ ਹੁੰਦੀ ਆ ਧਾਰਮਿਕ ਜਗ੍ਹਾ। ਆਪਾਂ ਦੋਨੋਂ ਵਰਡਸ ਇੱਕ ਜਗ੍ਹਾ ਦੇ ਲਈ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ, ਨੈਕਸਟ ਹੈ ਇੰਪੋਰਟੈਂਸ। ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਮਹੱਤਤਾ ਹੋਣਾ, ਮਹੱਤਤਾ ਨੂੰ ਬੋਲਦੇ ਹਾਂ ਆਪਾਂ ਇੰਪੋਰਟੈਂਸ। ਫਿਰ ਮੈਂ ਲਿਖਿਆ ਅਟੇਨ ਗੋਡ। ਅਟੇਨ ਗੋਡ ਹੁੰਦਾ ਵੀ ਰੱਬ ਨੂੰ ਪ੍ਰਾਪਤ ਕਰੋ। ਵੀ ਆਪਾਂ ਕਿਸੇ ਧਾਰਮਿਕ ਜਗ੍ਹਾ 'ਤੇ ਜਾਂਦੇ ਹਾਂ ਵੀ ਉੱਥੇ ਮੱਥਾ ਟੇਕ ਕੇ ਆਪਾਂ ਉੱਥੇ ਰੱਬ ਨੂੰ ਪ੍ਰਾਪਤ ਕਰੀਏ। ਠੀਕ ਹੈ ਜੀ, ਨੈਕਸਟ ਹੈ ਨਿਊਮਰਸ। ਨਿਊਮਰਸ ਹੁੰਦਾ ਬਹੁਤ ਜ਼ਿਆਦਾ। ਇਹ ਵੋਕੈਬ ਵਰਡਸ ਨੇ ਜਿਹੜੇ ਤੁਸੀਂ ਆਪਣੀ ਰਾਈਟਿੰਗ ਦੇ ਵਿੱਚ ਯੂਜ਼ ਕਰ ਸਕਦੇ ਹੋ ਅਤੇ ਇਹ ਸਪੀਕਿੰਗ ਦੇ ਵਿੱਚ ਤਾਂ ਕੰਮ ਆਉਣਗੇ ਹੀ। ਨੈਕਸਟ ਹੈ ਚੈਰਿਸ਼ਡ ਫਰੈਂਡਸ। ਫਰੈਂਡਸ ਤਾਂ ਹੁੰਦੇ ਦੋਸਤ, ਅਤੇ ਜਿਹੜੇ ਚੈਰਿਸ਼ਡ ਅੱਗੇ ਲੱਗ ਗਿਆ ਇਹਦਾ ਮਤਲਬ ਹੁੰਦਾ ਪਿਆਰੇ ਦੋਸਤ। ਠੀਕ ਹੈ ਜੀ, ਨੈਕਸਟ ਵਿਜ਼ਿਟਰਸ ਕੌਣ ਹੁੰਦੇ ਨੇ? ਜਿਹੜੇ ਜਾਂਦੇ ਨੇ। ਠੀਕ ਹੈ ਜੀ, ਘੁੰਮਣ ਫਿਰਨ ਜਾਂਦੇ ਨੇ ਜਿਹੜੀ ਜਗ੍ਹਾ 'ਤੇ। ਠੀਕ ਹੈ, ਉਹ ਹੁੰਦੇ ਯਾਤਰੀ, ਪੰਜਾਬੀ 'ਚ ਕਹਿੰਦੇ ਆ ਯਾਤਰੀ। ਨੈਕਸਟ ਕੰਸਟਰਕਟਿਡ। ਕੰਸਟਰਕਟਿਡ ਕੋਈ ਇਮਾਰਤ ਬਣੀ ਹੋਈ ਹੈ ਪਹਿਲਾਂ ਤੋਂ ਹੀ। ਠੀਕ ਹੈ ਜੀ, ਜਿੱਥੇ ਬਣੀ ਹੋਈ ਹੈ ਉਹਦਾ ਨਾਮ ਦੱਸਿਆ ਹੋ ਸਕਦਾ। ਇਹ 'ਚ ਆਪਾਂ ਇਹਨੂੰ ਕਹਿੰਦੇ ਵੀ ਬਣਿਆ ਹੋਇਆ, ਜਿਹੜੀ ਚੀਜ਼ ਬਣੀ ਹੋਈ ਹੈ। ਗੋਲਡ ਕੋਟਡ। ਹੁਣ ਤੁਹਾਨੂੰ ਇੱਥੋਂ ਕੁਛ ਆਈਡੀਆ ਲੱਗ ਰਿਹਾ ਹੋਊਗਾ ਵੀ ਜਿਹੜਾ ਗੋਲਡ ਕੋਟਡ ਦੀ ਗੱਲ ਹੋ ਗਈ, ਸੋਨੇ ਦੀ ਪਰਤ, ਕਿ ਆਪਾਂ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਬਾਰੇ ਗੱਲ ਕਰ ਰਹੇ ਹਾਂ। ਜਿਹੜਾ ਤੁਹਾਡਾ ਟੌਪਿਕ ਹੋਊਗਾ ਗੋਲਡਨ ਟੈਂਪਲ 'ਤੇ ਹੋਊਗਾ। ਇਹ ਤੁਹਾਡਾ ਸਪੀਕਿੰਗ ਦੇ ਵਿੱਚ ਵੀ ਬਹੁਤ ਕੰਮ ਆਊਗਾ, ਇੱਕ ਤਰ੍ਹਾਂ ਦਾ ਤੁਹਾਡਾ ਕਿਊ ਕਾਰਡ ਬਣ ਜਾਏਗਾ। ਠੀਕ ਹੈ ਜੀ, ਗੋਲਡ ਕੋਟਡ ਸੋਨੇ ਦੀ ਪਰਤ ਜਿਹੜੀ ਚੜੀ ਹੋਈ ਹੈ ਦੀਵਾਰਾਂ 'ਤੇ। ਨੈਕਸਟ ਵੋਕੈਬ ਵਰਡ ਹੈ ਸ਼ਰਾਈਨ। ਸ਼ਰਾਈਨ ਹੁੰਦਾ ਧਰਮ ਸਥਾਨ। ਠੀਕ ਹੈ ਜੀ, ਧਰਮ ਸਥਾਨ ਨੂੰ ਕਹਿ ਦਿੰਦੇ ਹਾਂ ਆਪਾਂ। ਸੂਦਿੰਗ, ਜਦੋਂ ਕਿਸੇ ਚੀਜ਼ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਨੂੰ ਬਹੁਤ ਜ਼ਿਆਦਾ ਚੰਗਾ ਲੱਗੇ ਅਤੇ ਠੰਡਕ ਜਿਹੀ ਮਹਿਸੂਸ ਹੋਵੇ। ਬਲਿਸਫੁਲ ਵੀ ਬਹੁਤ ਜ਼ਿਆਦਾ ਆਨੰਦ ਲੈ ਰਹੇ ਹੋ ਤੁਸੀਂ ਕਿਸੇ ਚੀਜ਼ ਨੂੰ ਦੇਖ ਕੇ ਜਾਂ ਕਿਸੇ ਜਗ੍ਹਾ ਨੂੰ ਦੇਖ ਕੇ। ਓਬੀਸੈਂਸ। ਓਬੀਸੈਂਸ ਹੁੰਦਾ ਹੈ ਜਦੋਂ ਆਪਾਂ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਹਾਂ। ਠੀਕ ਹੈ ਜੀ, ਉਸ ਨੂੰ ਕਹਿੰਦੇ ਹਾਂ ਆਪਾਂ ਓਬੀਸੈਂਸ, ਪੇਡ ਓਬੀਸੈਂਸ। ਠੀਕ ਹੈ ਜੀ, ਮੱਥਾ ਟੇਕਣਾ। ਡਿਸਟਰੀਬਿਊਟਿਡ, ਜਿਹੜਾ ਵੰਡਿਆ, ਮਤਲਬ ਕਿ ਵੰਡਣਾ ਕਿਸੇ ਚੀਜ਼ ਨੂੰ ਵੀ ਇੱਦਾਂ ਇੱਦਾਂ ਵੰਡਿਆ ਗਿਆ ਹਿੱਸਿਆਂ ਦੇ ਵਿੱਚ। ਮੈਮੋਰੇਬਲ। ਮੈਮੋਰੇਬਲ ਹੁੰਦਾ ਯਾਦਗਾਰ, ਕਿ ਤੁਸੀਂ ਜਿਸ ਨੂੰ ਕਦੇ ਵੀ ਭੁੱਲ ਨਹੀਂ ਸਕਦੇ, ਤੁਹਾਡੇ ਦਿਮਾਗ 'ਚ ਇੱਕ ਮੈਮਰੀ ਬਣ ਕੇ ਰਹਿ ਗਈ ਹੈ। ਅਲਮਾਈਟੀ। ਅਲਮਾਈਟੀ ਹੁੰਦਾ ਸਰਬ ਸ਼ਕਤੀਮਾਨ, ਮਤਲਬ ਕਿ ਗੋਡ ਦੇ ਲਈ ਯੂਜ਼ ਕਰ ਸਕਦੇ ਹਾਂ ਆਪਾਂ ਇਹ ਵਰਡ। ਠੀਕ ਹੈ ਜੀ, ਸਰਬ ਸ਼ਕਤੀਮਾਨ ਕੌਣ ਹੈ? ਗੋਡ ਹੀ ਹੈ। ਅਨਦਰ ਸਟਰਾਈਕਿੰਗ ਫੀਚਰ, ਇਹਦਾ ਮਤਲਬ ਹੈ ਵੀ ਜਦੋਂ ਤੁਸੀਂ ਕਿਸੇ ਚੀਜ਼ ਦੀ ਬਹੁਤ ਮਹੱਤਵਪੂਰਨ ਵਿਸ਼ੇਸ਼ਤਾ ਦੱਸਣੀ ਹੋਵੇ ਵੀ ਇਸਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਹੈ। ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਦੱਸਣ ਦੇ ਲਈ ਆਪਾਂ ਵਰਡ ਯੂਜ਼ ਕਰਾਂਗੇ ਅਨਦਰ ਸਟਰਾਈਕਿੰਗ ਫੀਚਰ। ਠੀਕ ਹੈ ਜੀ, ਹੁਣ ਇਸ ਤੋਂ ਅੱਗੇ ਆਪਾਂ ਕਰਦੇ ਹਾਂ, ਇਹ ਤਾਂ ਅਸੀਂ ਤੁਹਾਡੇ ਹੋਮਵਰਕ ਦੇ ਰਿਲੇਟਡ ਜਿਹੜਾ ਤੁਹਾਨੂੰ ਅੱਜ ਹੋਮਵਰਕ ਦੇਣਾ। ਉਸ ਤੋਂ ਆਪਾਂ ਜਿਹੜਾ ਹੁਣ ਅੱਜ ਦਾ ਆਪਣਾ ਟੌਪਿਕ ਹੈ ਵੀ ਅਣਜਾਣ ਬੰਦਿਆਂ ਨਾਲ, ਸਟ੍ਰੇਂਜਰਸ ਦੇ ਨਾਲ ਤੁਸੀਂ ਗੱਲ ਕਿਵੇਂ ਕਰ ਸਕਦੇ ਹੋ। How to talk with strangers in English। ਠੀਕ ਹੈ ਜੀ, ਅਣਜਾਣ ਬੰਦੇ ਨਾਲ ਗੱਲਬਾਤ ਕਰਨੀ ਜਿਸ ਨੂੰ ਕਹਿ ਦਿੰਦੇ ਆਪਾਂ। ਸਟ੍ਰੇਂਜਰ ਹੁੰਦਾ ਅਣਜਾਣ ਲੋਕ ਜਿਹਨੂੰ ਆਪਾਂ ਨਹੀਂ ਜਾਣਦੇ।
ਅਣਜਾਣ ਲੋਕ ਹੈ ਜਿਹੜੇ ਆਪਾਂ ਨੂੰ ਡੇਲੀ ਦੀ ਤਰ੍ਹਾਂ ਮਿਲਦੇ ਆ, ਕਿਤੇ ਵੀ ਆਪਾਂ ਬਾਹਰ ਜਾਂਦੇ ਆ ਉੱਥੇ ਫੋਰਨ 'ਚ ਜਾਂਦੇ ਆ ਉੱਥੇ ਸਾਰੇ ਆਪਣੇ ਲਈ ਅਣਜਾਣ ਹੁੰਦੇ ਆ। ਕੋਈ ਤੇ ਬੱਸ ਸਟਾਪ ਤੇ ਗਏ ਉੱਥੇ ਅਣਜਾਣ ਹੈ, ਕੋਈ ਬਰਥਡੇ ਪਾਰਟੀ ਤੇ ਗਏ ਉੱਥੇ ਵੀ ਤੁਸੀਂ ਸਾਰਿਆਂ ਨੂੰ ਨਹੀਂ ਜਾਣਦੇ ਹੁੰਦੇ, ਮੈਰਿਜ ਤੇ ਗਏ ਉੱਥੇ ਵੀ ਤੁਸੀਂ ਕਿਸੇ ਨੂੰ ਨਹੀਂ ਜਾਣਦੇ। ਸੋ ਇਸੇ ਤਰ੍ਹਾਂ ਆਪਾਂ ਨੂੰ ਬਹੁਤ ਸਾਰੇ ਸਟ੍ਰੇਂਜਰਸ ਮਿਲਦੇ ਆ। ਸੋ ਆਪਾਂ ਨੂੰ ਉਹਨਾਂ ਦੇ ਨਾਲ ਇਹ ਨਹੀਂ ਹੈਗਾ ਕਿ ਆਪਾਂ ਕਿਸੇ ਪਾਰਟੀ 'ਚ ਗਏ, ਸਪੋਜ਼ ਕਰੋ ਪਾਰਟੀ 'ਚ ਗਏ ਅਤੇ ਉੱਥੇ ਆਪਾਂ ਨੂੰ ਜਿਹੜਾ ਮੇਨ ਬੰਦਾ ਉਹਦੀ ਮੈਰਿਜ ਹੈ ਜਾਂ ਉਸਦਾ ਹੀ ਫੰਕਸ਼ਨ ਹੈ, ਉਹ ਹੁਣ ਆਪਣੇ ਕੰਮ 'ਚ ਬਿਜ਼ੀ ਹੋਊਗਾ। ਹੁਣ ਇਹ ਤਾਂ ਨਹੀਂ ਵੀ ਆਪਾਂ ਇੱਕ ਸਾਈਡ 'ਤੇ ਜਾ ਕੇ ਬੈਠ ਜਾਵਾਂਗੇ। ਬਹੁਤ ਲੋਕ ਇੱਦਾਂ ਹੀ ਕਰਦੇ ਨੇ ਵੀ ਜੇ ਕੋਈ ਉੱਥੇ ਇੰਗਲਿਸ਼ ਯੂਜ਼ ਕਰ ਰਿਹਾ ਤਾਂ ਉਹ ਇੱਕ ਸਾਈਡ 'ਤੇ ਬੈਠੇ ਰਹਿੰਦੇ ਨੇ, ਘਬਰਾਉਂਦੇ ਰਹਿੰਦੇ ਨੇ ਵੀ ਅਸੀਂ ਕੀ ਗੱਲਬਾਤ ਕਰਾਂਗੇ ਵੀ ਸਾਡੀ ਕਿਤੇ ਇਨਸਲਟ ਨਾ ਹੋ ਜਾਏ। ਇੱਦਾਂ ਇਨਸਲਟ ਮਹਿਸੂਸ ਕਰਦੇ ਨੇ ਅਤੇ ਸਾਰੀ ਪਾਰਟੀ ਬੋਰਿੰਗ ਹੀ ਕੱਢ ਦਿੰਦੇ ਨੇ, ਪਾਰਟੀ 'ਚ ਬਿਲਕੁਲ ਇੰਜੋਏ ਨਹੀਂ ਕਰ ਪਾਉਂਦੇ। ਠੀਕ ਹੈ ਜੀ, ਅੱਜ ਆਪਾਂ ਸਟਾਰਟ ਕਰਦੇ ਹਾਂ। ਪਹਿਲਾਂ ਸਿੰਪਲ ਤੁਸੀਂ ਕਿਵੇਂ ਟਾਕ ਸਟਾਰਟ ਕਰਦੇ ਹੋ। ਠੀਕ ਹੈ ਜੀ, ਤੁਸੀਂ ਕਿਸੇ ਨੂੰ ਪੁੱਛਿਆ ਹਾਈ ਜਾਂ ਹੈਲੋ, ਹਾਊ ਆਰ ਯੂ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਤੁਸੀਂ ਕਿਵੇਂ ਹੋ। ਠੀਕ ਹੈ, ਅੱਗੋਂ ਬੰਦੇ ਨੇ ਕਹਿਤਾ ਆਈ ਐਮ ਫਾਈਨ, ਆਈ ਐਮ ਫਾਈਨ, ਥੈਂਕ ਯੂ, ਵੀ ਪੁੱਛਣ ਦੇ ਲਈ ਥੈਂਕ ਯੂ। ਉਹਨੇ ਨਾਲ ਹੀ ਇੱਥੇ ਕੁਐਸਚਨ ਕਰਤਾ ਐਂਡ ਯੂ, ਵੀ ਤੁਹਾਡਾ ਕੀ ਹਾਲ ਚਾਲ ਹੈ। ਐਂਡ ਯੂ ਦਾ ਮਤਲਬ ਕੀ ਹੈ ਇੱਥੇ, ਵੀ ਉਹਨੇ ਤੁਹਾਡਾ ਵੀ ਹਾਲ ਪੁੱਛ ਲਿਆ। ਤੁਸੀਂ ਵੀ ਅੱਗੋਂ ਕਹਿਤਾ ਆਈ ਐਮ ਗੁੱਡ, ਥੈਂਕਸ। ਠੀਕ ਹੈ ਜੀ, ਇੰਨੀ ਕੁ ਗੱਲਬਾਤ ਹੋਈ, ਹਾਲ ਚਾਲ ਪੁੱਛਿਆ। ਠੀਕ ਆ, ਅੱਗੇ ਬੰਦੇ ਨੇ ਜਾਂ ਤੁਸੀਂ ਕਹਿਤਾ ਕਿ ਗ੍ਰੇਟ ਪਾਰਟੀ, ਗ੍ਰੇਟ ਪਾਰਟੀ। ਠੀਕ ਹੈ, ਤੁਸੀਂ ਅੱਗੇ ਹਾਂ 'ਚ ਜਵਾਬ ਦੇ ਕੇ ਛੱਡਤਾ ਯੈਸ ਜਾਂ ਯਾ। ਬਸ ਤੁਹਾਡੀ ਇੱਥੇ ਕੀ ਹੋ ਗਈ, ਕਨਵਰਸੇਸ਼ਨ ਹੈ ਜਿਹੜੀ ਖਤਮ ਹੋ ਗਈ। ਬਸ ਇਸ ਤਰ੍ਹਾਂ ਕਨਵਰਸੇਸ਼ਨ ਕਰੋਗੇ ਤਾਂ ਬਸ ਸੈਕਿੰਡਾਂ 'ਚ ਹੀ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਖਤਮ ਹੋ ਜੂਗੀ। ਠੀਕ ਹੈ, ਸੋ ਆਪਾਂ ਇੱਦਾਂ ਦੀ ਕਨਵਰਸੇਸ਼ਨ ਨਹੀਂ ਕਰਨੀ ਜਿਹੜੀ ਤੁਹਾਡੀ 1 ਜਾਂ 2 ਮਿੰਟ ਵੀ ਨਾ ਚੱਲੇ, ਘੱਟੋ ਘੱਟ 3-4 ਮਿੰਟ ਤੱਕ ਕਨਵਰਸੇਸ਼ਨ ਚੱਲੇ। ਆਪਾਂ ਇਸ ਤਰ੍ਹਾਂ ਦੇ ਕੁਐਸਚਨ ਪੁੱਛਣੇ ਹੁੰਦੇ ਆ। ਸੋ ਆਪਣਾ ਫਸਟ ਜਿਹੜਾ ਉਹ ਹੈ ਪੁਆਇੰਟ ਹੈ ਉਹ ਇਹੀ ਹੈ ਵੀ ਸਹੀ ਕੁਐਸਚਨ ਪੁੱਛਣੇ ਆ। ਠੀਕ ਹੈ ਜੀ, ਫਸਟ ਪੁਆਇੰਟ ਹੈ ਜਦੋਂ ਵੀ ਸਟ੍ਰੇਂਜਰ ਦੇ ਨਾਲ ਗੱਲਬਾਤ ਸਟਾਰਟ ਕਰਨੀ ਹੈ ਆਪਾਂ ਨੇ ਆਸਕ ਰਾਈਟ ਕੁਐਸਚਨਸ। ਫਸਟ ਪੁਆਇੰਟ ਇਹੀ ਹੈ ਆਪਣਾ, ਜਦੋਂ ਕਿਸੇ ਵੀ ਸਟ੍ਰੇਂਜਰ ਨਾਲ ਗੱਲਬਾਤ ਸ਼ੁਰੂ ਕਰਨੀ ਹੈ ਆਸਕ ਰਾਈਟ ਕੁਐਸਚਨਸ, ਮਤਲਬ ਕਿ ਸਹੀ ਕੁਐਸਚਨ ਪੁੱਛਣੇ ਆ, ਸਹੀ ਪ੍ਰਸ਼ਨ ਪੁੱਛਣੇ ਨੇ। ਠੀਕ ਹੈ ਜੀ, ਹੁਣ ਮੰਨ ਲਓ ਤੁਸੀਂ ਕਿਸੇ ਪਾਰਟੀ 'ਚ ਗਏ। ਠੀਕ ਹੈ, ਤੁਸੀਂ ਤੁਹਾਡੀ ਜਿਹੜੀ ਫਰੈਂਡ ਸੀ, ਮੇਨ ਫਰੈਂਡ ਸੀ, ਉਹ ਬਿਜ਼ੀ ਸੀ। ਠੀਕ ਹੈ, ਤੁਸੀਂ ਉੱਥੇ ਗਏ, ਤੁਸੀਂ ਕਿਸੇ ਨੂੰ ਕਿਵੇਂ ਬੁਲਾ ਸਕਦੇ ਹੋ। ਠੀਕ ਹੈ, ਸਿੰਪਲ ਹਾਈ, ਆਪਾਂ ਕਿਸੇ ਦਾ ਵੀ ਨੇਮ ਯੂਜ਼ ਕਰ ਦਿੰਦੇ ਹਾਂ। ਹਾਈ, ਆਈ ਐਮ ਅਮਨ। ਠੀਕ ਹੈ, ਤੁਸੀਂ ਸਟਾਰਟ ਕੀਤੀ ਗੱਲਬਾਤ, ਦੂਸਰੇ ਬੰਦੇ ਨੇ ਅੱਗੋਂ ਰਿਪਲਾਈ ਕੀਤਾ, ਉਹਨੇ ਕੀ ਕਿਹਾ ਵੀ ਮੈਂ ਅਮਨ ਹਾਂ। ਠੀਕ ਹੈ, ਤੁਸੀਂ ਕੀ ਕਹਿਤਾ ਅੱਗੋਂ, ਹੈਲੋ ਆਈ ਐਮ ਕਮਲ। ਠੀਕ ਹੈ, ਇੱਥੇ ਤੱਕ ਸਿਰਫ ਤੁਸੀਂ ਆਪਣੀ ਇੰਟਰੋਡਕਸ਼ਨ, ਆਪਣਾ ਨੇਮ ਦੱਸਿਆ। ਇਸ ਤੋਂ ਬਾਅਦ ਜਿਹੜਾ ਹੁਣ ਕਮਲ ਹੈ, ਠੀਕ ਹੈ, ਜਾਂ ਕਮਲ ਹੈਗੀ ਹੈ, ਸੋ ਕਮਲ, ਫਿਰ ਹੁਣ ਆਪਾਂ ਇਹੀ ਪੁੱਛੂਗੇ ਤੁਸੀਂ ਜਿਸ ਦੀ ਪਾਰਟੀ ਤੇ ਗਏ ਹੋ ਵੀ ਤੁਸੀਂ ਉਸ ਨੂੰ ਕਿਵੇਂ ਜਾਣਦੇ ਆ। ਤੁਸੀਂ ਇੱਕ ਤਰ੍ਹਾਂ ਗੱਲਬਾਤ ਸ਼ੁਰੂ ਕਰਨੀ ਹੈ। ਠੀਕ ਹੈ, ਸੋ ਕਮਲ ਹਾਊ ਡੂ ਯੂ ਨੋ, ਕਿਸੇ ਦਾ ਵੀ ਨਾਮ ਯੂਜ਼ ਕਰ ਦਿਓ, ਆਪਾਂ ਕਰ ਦਿੰਦੇ ਹਾਂ ਇੱਥੇ ਜਸਪ੍ਰੀਤ। ਠੀਕ ਹੈ, ਸੋ ਕਮਲ ਹਾਊ ਡੂ ਯੂ ਨੋ ਜਸਪ੍ਰੀਤ। ਵੀ ਤੁਸੀਂ ਜਿਹੜੀ ਹੁਣ ਜਸਪ੍ਰੀਤ ਹੈ, ਇੱਥੇ ਦੇਖੋ ਜੀ ਇਹ ਕੌਣ ਹੈ, ਤੁਹਾਡਾ ਕਾਮਨ ਫਰੈਂਡ ਹੈ ਜਿਸ ਦੀ ਪਾਰਟੀ ਤੇ ਤੁਸੀਂ ਗਏ ਹੋ, ਜਿਸ ਦੀ ਪਾਰਟੀ ਤੇ ਤੁਸੀਂ ਗਏ ਹੋ। ਠੀਕ ਹੈ, ਇਹ ਜਿਹੜੀ ਜਸਪ੍ਰੀਤ ਹੈ ਕਮਲ ਦੀ ਵੀ ਫਰੈਂਡ ਹੈ ਤੇ ਅਮਨ ਦੀ ਵੀ ਫਰੈਂਡ ਹੈ। ਠੀਕ ਹੈ, ਸੋ ਕਮਲ ਨੂੰ ਅਮਨ ਨੇ ਪੁੱਛਿਆ, ਅਮਨ ਨੇ ਕਮਲ ਨੂੰ ਕਿਹਾ ਸੋ ਕਮਲ ਹਾਊ ਡੂ ਯੂ ਨੋ। ਠੀਕ ਹੈ, ਜਸਪ੍ਰੀਤ, ਵੀ ਜਸਪ੍ਰੀਤ ਨੂੰ ਤੁਸੀਂ ਕਿਵੇਂ ਜਾਣਦੇ ਹੋ। ਠੀਕ ਹੈ, ਇਸ ਤਰ੍ਹਾਂ ਤੁਹਾਡਾ ਜਿਹੜਾ ਇੱਕ ਕਨਵਰਸੇਸ਼ਨ ਸਟਾਰਟ ਹੋ ਗਈ। ਹਾਈ ਆਈ ਐਮ ਅਮਨ, ਹੈਲੋ ਆਈ ਐਮ ਕਮਲ, ਸੋ ਕਮਲ ਹਾਊ ਡੂ ਯੂ ਨੋ
जसप्रीत। नेक्स्ट है हुण अगले ने दसना भी है, जिस तो क्वेश्चन पूछा गया भी तुसीं जसप्रीत नूं किवें जाणदे हो। सो उसने आंसर किया आई नो हर। लड़की लै लो तो इत्थे की आ जाऊगा हर, जे गर्ल लई यूज करते हैं, ठीक है। आई नो जे लड़के लई करांगे तो हिम आ जाऊगा। आई नो हर फ्रॉम स्कूल टाइम या फिर कॉलेज टाइम। कॉलेज टाइम उसने कहता भी मैं इसनों जिहड़ी फ्रेंड है जिन्हें पार्टी रखी आई नो हर फ्रॉम कॉलेज टाइम, भी मैं कॉलेज या स्कूल टाइम तो इसनों जानने हैं, ठीक है। उन्हें फिर कहा ओ दैट्स ग्रेट, भी ये तो बहुत वधिया गल है भी तुसीं इन्ने पुराने उसनों जानते हो, ठीक है जी। ओ दैट्स ग्रेट। फिर उन्हें जेडे दूसरे ने कहा भी ठीक है तुसीं उसनों दसता, वो फिर पूछूगा भी तुहाडा किहड़ा कॉलेज सी, ठीक है। विच कॉलेज और स्कूल डिड यू गो टू, भी तुसीं किहड़े स्कूल च जांदे सी, ठीक है जी। किहड़ा स्कूल सी या तुहाडा किहड़ा कॉलेज सीगा, ठीक है। हुण तुसीं इत्थे दसोगे आई वेंट, हुण पास्ट च ही दसोगे सैकेंड फॉर्म लग जूगी गो दी वेंट, आई वेंट टू, इत्थे आ जाऊगा तुहाडे कॉलेज दा नेम। ये जिहड़ी थोड़ी सारी ये कन्वर्सेशन होगी बहुत पोलाइट मैनर च होगी, बहुत ज़्यादा मतलब कि वधिया तरीके नाल, ठीक है। किवें आंसर करोगे आई नो हर फ्रॉम कॉलेज, ओ दैट्स ग्रेट, विच कॉलेज डिड यू गो टू, ठीक है। उस तो बाद तुसीं बहुत पोलाइट वे नाल आंसर करोगे आई वेंट टू, इत्थे तुसीं मैंशन कर दोगे कॉलेज दा नेम, ठीक है। तुसीं उसनूं दस्सिआ भी आह कॉलेज सीगा, फिर अगे वो कह रहा है पर्सन, क्योंकि वो भी इंटरस्टिड हो गया तुहाडे नाल गल करन च, टॉक करन च, क्योंकि उसदा भी वधिया टाइम पास हो रहा, ठीक है। फिर वो कहेगा ओ वाओ माई सिस्टर ब्रदर, कुछ भी कह सकते हो, कजिन सिस्टर, ओ वाओ माई सिस्टर उसने आंसर किया भी जिहड़ा कॉलेज तुसीं दस्सिआ ओ वाओ ये तो बहुत वधिया गल है, माई जिहड़ी मेरी सिस्टर सी वो भी उसे सेम कॉलेज ही जाती सी, ठीक है जी। ओ वाओ माई सिस्टर वेंट टू द सेम कॉलेज। थोड़े फेस से की है स्माइल होनी चाहिए जो तुसीं आंसर कर रहे हो, ठीक है जी। ओके फिर अगे उन्हें पूछा वट डिड यू मेजर इन, मेजर का मतलब होंदा है प्रमुख, भी तुसीं किस चीज़ च प्रमुख हो, ठीक है। हुण तुसीं इसका आंसर ये भी कह सकते हो भी मैं आह वाली स्टडी की है तो मैं इस फील्ड च ही प्रमुख हाँ। वट डिड यू मेजर इन, मेजर होंदा तुसीं किस चीज़ च प्रमुख हो, मतलब कि किस च बेस्ट हो, ठीक है जी। इस च आंसर कर सकते हो आई कंप्लीटेड मास्टर्स या बैचलर्स इन, जे कंप्यूटर फील्ड च कहा है तो तुसीं कह दो आई एम बेस्ट इन, आई एम मेजर इन, ठीक है जी। कंप्यूटर लाइन जो भी तुसीं जे साइंस च है तो तुसीं साइंस च दस सकते हो, इस तरह तुसीं इसका आंसर कर सकते हो, ठीक है जी। ये तो सी ये क्वेश्चन सीगे ओपन एंडेड क्वेश्चन, भी मतलब कि तुसीं जिहड़ा क्वेश्चन पूछ के दूसरे नूं जवाब देने का मौका दे रहे हो, ठीक है जी। इस तरह की है तुसीं गलबात है जिहड़ी दूसरे पर्सन नाल शुरू कर सकते हो, तां की है तुसीं ईजिली एक दूजे नाल टाइम पास कर सकते हो, तो अपनी किते भी जाते हो तो उत्थे नवे दोस्त बना सकते हो ईजिली, ठीक है। हुण सैकेंड पॉइंट हैगा अपना आस्क रिलेटेड क्वेश्चंस। पहला सी राइट क्वेश्चंस, हुण है आस्क रिलेटेड क्वेश्चंस एंड लिसन केयरफुली, लिसन केयरफुली। ਇਹਦਾ मतलब हैगा
ਵੀ ਜਿਹੜਾ ਟੌਪਿਕ ਤੁਸੀਂ ਬੰਦਾ ਜਿਸ ਹਿਸਾਬ ਨਾਲ ਗੱਲਬਾਤ ਕਰ ਰਿਹਾ ਉਸ ਦੇ ਹਿਸਾਬ ਨਾਲ ਹੀ ਕੁਐਸਚਨ ਪੁੱਛੋ। ਇਹ ਨਹੀਂ ਹੈਗਾ ਬੰਦਾ ਕੁਝ ਹੋਰ ਕਹਿ ਰਿਹਾ ਤੁਸੀਂ ਉਹ ਤੋਂ ਕੁਐਸਚਨ ਕੁਝ ਹੋਰ ਪੁੱਛੀ ਜਾਂਦੇ ਹੋ, ਤੁਸੀਂ ਬਸ ਦਿਮਾਗ 'ਚ ਇਹ ਸੋਚੀ ਜਾਂਦੇ ਹੋ ਵੀ ਨੈਕਸਟ ਕੁਐਸਚਨ ਮੈਂ ਇਹ ਪੁੱਛਣਾ ਹੈ। ਇਸ ਤਰ੍ਹਾਂ ਦਾ ਕੁਝ ਨਹੀਂ, ਸਿਰਫ ਤੁਸੀਂ ਕੁਐਸਚਨ ਪੁੱਛੋ ਜਿਵੇਂ ਦਾ ਬੰਦਾ ਆਨਸਰ ਕਰ ਰਿਹਾ, ਜਿੱਦਾਂ ਦਾ ਤੁਹਾਨੂੰ ਅੱਗੋਂ ਰਿਪਲਾਈ ਮਿਲ ਰਿਹਾ। ਐਂਡ ਲਿਸਨ ਕੇਅਰਫੁਲੀ, ਤੇ ਉਹਦੇ ਆਨਸਰਾਂ ਨੂੰ ਧਿਆਨ ਨਾਲ ਸੁਣੋ। ਇਹ ਨਹੀਂ ਵੀ ਉੱਪਰੋਂ ਬਸ ਬੋਲੀ ਜਾ ਰਿਹਾ ਅਗਲਾ ਸੁਣਤਾ ਵੀ ਬਸ ਮੈਂ ਤਾਂ ਇਕੱਲਾ ਕੁਐਸਚਨ ਹੀ ਪੁੱਛਣਾ, ਇੱਦਾਂ ਦਾ ਕੁਝ ਨਹੀਂ ਹੁੰਦਾ, ਠੀਕ ਹੈ। ਹੁਣ ਮੰਨ ਲਓ ਪੁੱਛਿਆ ਗਿਆ ਤੁਹਾਨੂੰ what kind of music do you like? ठीक है, सो अगला हुण किवें भी रिप्लाई कर सकदा है भी हिंदी पसंद है, पंजाबी पसंद है, ठीक है। तुसीं सिंपल आंसर की कर सकते हो इसका, जिद्दां दा तुहानूं कोई क्वेश्चन पुछ लवे आई लाइक पंजाबी म्यूजिक, जिसनूं जेड़ा म्यूजिक पसंद आ वो कह सकदा इत्थे, ठीक है जी। हुण ਇਹਦਾ मतलब ਉੱਪਰ मैं लिखिया आस्क रिलेटेड क्वेश्चन। ਹੁਣ ਇੱਥੇ ਅਗਲੇ ਨੇ ਤਾਂ कहता ਮੈਨੂੰ ਪੰਜਾਬੀ म्यूजिक पसंद ਆ, ਤੁਸੀਂ ਗੱਲ ਕਰ ਦੋ ਵੀ ਫਿਲਮਾਂ ਦੀ ਗੱਲ ਕਰਤੀ ਜਾਂ ਕੁਝ ਹੋਰ ਜਿਹੜਾ ਆਊਟ ਆਫ ਟੌਪਿਕ ਚੱਲ ਜਾਵੇ, ਠੀਕ ਹੈ। ਰਿਲੇਟਡ ਕੁਐਸਚਨ ਪੁੱਛਣਾ ਹੈ। ਹੁਣ ਤੁਸੀਂ ਅੱਗੇ ਕੁਐਸਚਨ ਪੁੱਛ ਸਕਦੇ ਹੋ who is your favorite singer? who is your favorite singer? ठीक है जी, ਵੀ ਤੁਹਾਡਾ ਫੇਵਰੇਟ ਸਿੰਗਰ, ਪਸੰਦੀਦਾ ਸਿੰਗਰ ਕੌਣ ਹੈ। ਮਾਈ ਫੇਵਰੇਟ ਸਿੰਗਰ ਇਜ਼ ਜਾਂ ਫਿਰ ਆਈ ਲਾਈਕ, ਜਿਹੜਾ ਵੀ ਇੱਥੇ ਸਿੰਗਰ ਦਾ ਨੇਮ ਹੈ, ਤੁਹਾਡਾ ਸਿੰਗਰ ਹੈ ਜਿਹੜਾ ਪਸੰਦੀਦਾ ਹੈ, ਠੀਕ ਹੈ। ਰੀਜ਼ਨ ਵੀ ਦੱਸ ਦਿਓ ਕਿਉਂ ਪਸੰਦ ਹੈ। ਹਿਸ ਸੌਂਗਸ ਆਰ ਵੈਰੀ पॉपुलर या फेमस, कुछ भी कह सकते हो, ठीक है। पॉपुलर इन दीज डेज, ठीक है जी। पॉपुलर इन दीज डेज, हिज सॉन्ग्स आर वेरी पॉपुलर इन दीज डेज, भी ਉਹਦਾ म्यूजिक है ਜਿਹੜਾ ਜਾਂ सॉन्ग्स ने ਜਿਹੜੇ ਉਹ ਗਾਉਂਦਾ ਹੈ ਉਹ ਬਹੁਤ ਜ਼ਿਆਦਾ ਪੋਪੂਲਰ ਨੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ, ਠੀਕ ਹੈ। ਇਸ ਤਰ੍ਹਾਂ ਦੇ ਜਿਹੜੇ ਤੁਸੀਂ ਸੈਕਿੰਡ ਵੀ ਆਪਣੇ ਦਿਮਾਗ 'ਚ ਰੱਖਣਾ ਜਦੋਂ ਕਿਸੇ ਨਾਲ ਕਨਵਰਸੇਸ਼ਨ ਸ਼ੁਰੂ ਕੀਤੀ ਹੈ ਵੀ ਉਹ ਕਿੱਦਾਂ ਦੇ ਆਨਸਰ ਦੇ ਰਿਹਾ, ਆਪਾਂ ਉਸ ਦੇ ਅਕੋਰਡਿੰਗ ਹੀ ਉਸਨੂੰ ਕੁਐਸਚਨ ਪੁੱਛੀਏ। ਹੁਣ ਆਪਣੇ ਕੋਲ ਹੈ ਥਰਡ ਪੁਆਇੰਟ, ਹੁਣ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਨਾਲ ਕਨਵਰਸੇਸ਼ਨ ਸਟਾਰਟ ਕਰਤੀ ਇੰਗਲਿਸ਼ 'ਚ, ਬਸ ਤੁਸੀਂ ਐਟੀਟਿਊਡ ਜਿਹਾ ਦਿਖਾਈ ਜਾਂਦੇ ਹੋ, ਰੋਬੋਟ ਦੀ ਤਰ੍ਹਾਂ ਗੱਲ ਨਹੀਂ ਕਰਨੀ ਇਸ ਦੇ ਵਿੱਚ। ਜਿਵੇਂ ਤੁਹਾਡਾ ਨੈਚੁਰਲ ਉਹ ਹੈ ਵੇ ਹੈ ਉਸ ਤਰ੍ਹਾਂ ਹੀ ਤੁਸੀਂ ਗੱਲ ਕਰਨੀ ਹੈ, ਠੀਕ ਹੈ ਜੀ। ਡੋਂਟ ਸਪੀਕ ਲਾਈਕ ਅ रोबोट, रोबोट नहीं कहना, रोबोट, ठीक है जी, रोबोट। मैं ਇਹਦੀ ਪ੍ਰੋਨਾਂਸੀਏਸ਼ਨ ਪਹਿਲਾਂ ਦੱਸ ਚੁੱਕੀ ਹਾਂ। ਇਹਦੇ ਵਿੱਚ ਕੀ ਹੈ ਹੁਣ ਜਿਹੜਾ ਤੁਸੀਂ ਬੋਲਣਾ ਹੈ ਬਹੁਤ ਪਿਆਰ ਨਾਲ ਬੋਲਣਾ ਹੈ, ਠੀਕ ਹੈ। ਐਕਸਪ੍ਰੈਸ਼ਨਸ ਦੇ ਨਾਲ ਬੋਲਣਾ ਹੈ, ਐਕਸਪ੍ਰੈਸ਼ਨਸ ਹੋਣ ਤੁਹਾਡੇ, ਠੀਕ ਹੈ ਜੀ, ਵਧੀਆ ਤੋਂ ਵਧੀਆ, ਤੇ ਪੋਜ਼ਿਟਿਵਿਟੀ ਦਿਖਾਉਣੀ ਆ। ਵੀ ਆਨਸਰ ਹੈ ਜਿਹੜਾ ਪੋਜ਼ਿਟਿਵ ਵੇ 'ਚ ਹੀ ਹੋਣਾ ਚਾਹੀਦਾ, ਕੁਝ ਨੈਗੇਟਿਵ ਵੇ 'ਚ ਨਹੀਂ ਕਰਨਾ ਤੁਸੀਂ ਆਪਣਾ ਆਨਸਰ। ਇਸ ਤਰ੍ਹਾਂ ਤੁਸੀਂ ਕੀ ਆ ਕਿਸੇ ਵੀ ਅਣਜਾਣ ਬੰਦੇ ਨਾਲ, ਅਨਨੋਨ ਪਰਸਨ ਨਾਲ ਈਜ਼ੀਲੀ ਕੀ ਹੈ ਸਪੀਕਿੰਗ ਕਰ ਸਕਦੇ ਹੋ, ਬੋਲ ਸਕਦੇ ਹੋ, ਉਹਨੂੰ ਆਪਣਾ ਦੋਸਤ ਬਣਾ ਸਕਦੇ ਹੋ। ਜੇ ਤੁਸੀਂ ਕੋਈ ਨਵਾਂ ਦੋਸਤ ਬਣਾਓਗੇ, ਨਵੀਂ ਜਗ੍ਹਾ 'ਤੇ ਬਣਾਓਗੇ, ਠੀਕ ਹੈ, ਤੁਹਾਨੂੰ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਨਾਲੇ ਉਸ ਪਰਸਨ ਨੂੰ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਇਸ ਤਰ੍ਹਾਂ ਤੁਸੀਂ ਈਜ਼ੀਲੀ ਹੈ ਜਿਹੜਾ ਆਪਣੇ ਫਰੈਂਡਸ ਬਣਾ ਸਕਦੇ ਹੋ। ਇਸ ਤੋਂ ਬਾਅਦ ਹੈ ਤੁਹਾਡਾ ਹੋਮਵਰਕ। ਓਕੇ ਫਰੈਂਡਸ, ਇਹ ਹੈ ਤੁਹਾਡਾ ਅੱਜ ਦਾ ਹੋਮਵਰਕ। ਜਿਹੜਾ ਤੁਹਾਡਾ ਹੋਮਵਰਕ ਹੈ ਇਹ ਆਇਲਸ ਦੀ ਸਪੀਕਿੰਗ ਦੇ ਨਾਲ ਰਿਲੇਟਡ ਹੈ। ਜੇ ਤੁਸੀਂ ਇਸ ਨੂੰ ਪੰਜਾਬੀ ਟੂ ਇੰਗਲਿਸ਼ ਟਰਾਂਸਲੇਟ ਕਰੋਗੇ ਇਹ ਤੁਹਾਡਾ ਸਪੀਕਿੰਗ ਦਾ, ਆਇਲਸ ਦੀ ਸਪੀਕਿੰਗ ਦਾ ਕਿਊ ਕਾਰਡ ਬਣ ਜਾਏਗਾ। ਇਹ ਆਪਾਂ ਬੇਸਿਕ ਸਪੀਕਿੰਗ ਹੀ ਮੰਨ ਲਓ ਇੱਕ ਤਰ੍ਹਾਂ ਦੀ। ਇਹ ਇੱਕ ਪੂਰੀ ਸਟੋਰੀ ਹੈ, ਬਟ ਇਹ ਆਪਾਂ ਹਾਫ ਪੋਰਸ਼ਨ 'ਚ ਕਰਾਂਗੇ, ਹਾਫ ਪਾਰਟਸ 'ਚ ਡਿਵਾਈਡ ਕਰਕੇ ਕਰਾਂਗੇ। ਮੈਂ ਨਹੀਂ ਚਾਹੁੰਦੀ ਕਿ ਤੁਹਾਡੇ 'ਤੇ ਬਹੁਤ ਜ਼ਿਆਦਾ ਬਰਡਨ ਪੈ ਜਾਵੇ, ਠੀਕ ਹੈ ਜੀ। ਇਹ ਹੈ ਹਰਿਮੰਦਰ ਸਾਹਿਬ ਬਾਰੇ। ਮੇਰਾ ਦੇਸ਼
धार्मिक महत्व का स्थान है। ठीक है, मेरा देश धार्मिक महत्व का स्थान है। दुनिया भर दे लोग इत्थे एक धार्मिक स्थान की भाल लई आउंदे हन, जो उन्होंने जिहड़ा धार्मिक स्थान है जो उन्होंने परमात्मा नूं प्राप्त करने का मौका दे सकता है, भी उत्थों उन्होंने परमात्मा जिहड़ा प्राप्त हो सकता है। ठीक है, मेरे जीवन काल विच मैं बहुत सारे इतिहासिक स्थानों का अध्ययन किया, भी मैं बहुत सारे धार्मिक या इतिहासिक स्थानों का अध्ययन किया है। इत्थे मैं हरमंदर साहिब बारे कुछ गल्लां करना चाहुंदा हाँ, भी इत्थे है जिहड़ा मैं स्पैसीफिक हरमंदर साहिब बारे ही गल्लां करना चाहुंदा हाँ। कुछ महीने पहला अपने दो दोस्तों नाल इस जगह ते गया सी, भी मैं कुछ समय पहला अपने दो दोस्तों नाल हरमंदर साहिब गया सी। ओके फ्रेंड्स, ये है तुहाडा होमवर्क। तुसीं अपना होमवर्क कमेंट बॉक्स विच भेजो। मैनूं उम्मीद है कि तुसीं इस वीडियो नूं पूरा इंजॉय किया होगा ते तुहानूं इस वीडियो तो बहुत कुछ सीखण नूं मिलिया होवेगा। इस वीडियो नूं जरूर लाइक करियो। ठीक है जी, आपां मिलदे हां नवीं वीडियो दे नाल। तुसीं अपना ख्याल रखो, खुश रहो, जदों भी किसी नाल गल करनी है हमेशा फेस ते स्माइल रखो। ठीक है जी, मिलदे हां नवीं वीडियो दे नाल। बाय बाय, टेक केयर।